जी पर ਉਹਦਾ ਉਦਘਾਟਨ नहीं ਕੀਤਾ। ਇਹ ਬਾਹਰਲਾ ਮਾਡਲ ਸੀ ਜਾਂ ਤੁਸੀਂ ਇੱਕ ਆਪਣੇ ਨੇਤਾਵਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਇਹਨਾਂ 'ਚ ਕੁਝ ਨਹੀਂ? ਪੰਜਾਬ ਦੇ ਲੋਕ ਨਾ ਨੀਂਹ ਪੱਥਰ ਦੇਖ ਦੇਖ ਕੇ ਉਹਨਾਂ ਦੇ ਹੱਥ ਖੜੇ ਹੋਏ ਆ। ਡਿਊਟੀ ਬਤੌਰ ਲੀਡਰ ਦਾ ਆਪਣੇ ਇਲਾਕੇ ਲਈ ਰਾਏਕੋਟ ਹਲਕੇ ਲਈ ਆਪ ਦਾ ਨਿੱਜੀ ਚੋਣ ਮੈਨੀਫੈਸਟੋ ਕੀ ਹੈ? और जे जितोगे तां भी, जे नहीं जितोगे तां भी कि चोण मनोरथ पत्र जिहड़ा कानूनी दस्तावेज होना चाहिए कि नहीं? कांग्रेस दी उन्नी मन्नी नहीं अफसरशाही ने, इहदे पिछे की कारण और ये सच्चाई है। अच्छा ਜਿਹੜੇ ਮੈਂ ਆਉਂਦਾ ਹੈ ਵੇਖ ਰਿਹਾ ਸੀ ਕੁਝ ਕਲੋਨੀਆਂ 'ਚ ਵਾਵਾ ਸੜਕਾਂ ਪੱਟੀਆਂ ਹੋਈਆਂ ਨੇ, ਉਹ ਤੁਸੀਂ ਵਿਕਾਸ ਕਾਰਜ ਵਿਖਾਉਣ ਲਈ ਪੱਟੀਆਂ ਨੇ ਜਾਂ क्या होया लोग ਤੁਹਾਨੂੰ ਲੱਗਦਾ ਕਿ ਮੌਕੇ ਦੇ ਹਾਲਾਤ ਵੇਖ ਕੇ ਅਸੀਂ ਮੌਕਾ ਦੇਖ ਕੇ ਚੌਕਾ ਮਾਰਦੇ ਪੰਜਾਬੀ ਦੀ ਆਦਤ ਹੈ ਕਿ ਉਹ ਤੁਹਾਨੂੰ ਵੋਟ ਦੇਣਗੇ? ਜਿਹੜੇ ਛੋਟੇ ਛੋਟੇ ਘਰ ਨੇ ਜਿਨ੍ਹਾਂ ਨੂੰ ਤੁਸੀਂ ਉੱਚਾ ਚੱਕਣ ਦੀ ਗੱਲ ਕਰਦੇ ਹੋ, ਉਹਦੇ ਵਾਕਈ ਉੱਚੇ ਚੱਕੇ ਜਾ ਰਹੇ ਨੇ। ਕਿਸੇ ਨੂੰ ਕੈਂਸਰ ਹੋ ਰਿਹਾ, ਕਿਸੇ ਨੂੰ ਕੁਝ ਹੋ ਰਿਹਾ। ਨੌਜਵਾਨ ਤੇ ਬਾਹਰ ਜਾ ਰਹੇ ਆ, ਗਰਾਊਂਡ 'ਚ ਖੇਡਣ ਵਾਲਾ ਤੇ ਹੈ ਨਹੀਂ, ਬਣਾ ਕੇ ਕਰਾਂਗੇ। ਇੱਕ ਨੈਟ ਲਾਉਣ ਨਾਲ ਤੇ ਗਰਾਊਂਡ ਨਹੀਂ ਬਣ ਜਾਂਦਾ। ਅੱਜ ਜੁਝਾਰ ਟਾਈਮ ਕਾਮਲ ਅਮੀਰ ਸਿੰਘ ਨਾਲ ਜ਼ਰੂਰ ਖੜਾ ਹੈ। ਅੱਛਾ ਹੁਣ ਆਪਾਂ ਗੱਲ ਕਰੀਏ ਤੁਹਾਡੇ ਹਲਕੇ ਦੀ, ਕਿਉਂਕਿ ਪਹਿਲਾਂ ਤੇ ਸਾਰਾ ਪੰਜਾਬ ਮਾਡਲ ਨਾਲ ਰਿਲੇਟਡ ਜਿਹੜਾ ਕਿ ਸਿੱਧੂ ਸਾਹਿਬ ਵੱਲੋਂ ਵੀ ਪ੍ਰਚਾਰਿਆ ਜਾ ਰਿਹਾ ਤੇ ਉਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਲਈ ਕੀ ਹੈ। ਤੇ ਦੂਸਰਾ ਅਗਰ ਗੱਲ ਕਰੀਏ ਵੀ ਤੁਸੀਂ ਕਾਫੀ ਬਦਲਾਅ ਦੀ ਗੱਲ ਕੀਤੀ ਹੈ ਤੇ ਇੱਕ ਕਾਲਜ ਬਣਾਇਆ ਤੁਹਾਡੇ ਹਲਕੇ 'ਚ ਬਣਿਆ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਚਾਲੂ ਹਾਲਤ 'ਚ ਚੱਲ ਰਿਹਾ ਹੈ ਪਰ ਉਹਦਾ ਉਦਘਾਟਨ ਨਹੀਂ ਕੀਤਾ। ਇਹ ਬਾਹਰਲਾ ਮਾਡਲ ਸੀ ਜਾਂ ਤੁਸੀਂ ਇੱਕ ਆਪਣੇ ਨੇਤਾਵਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਇਹਨਾਂ 'ਚ ਕੁਝ ਨਹੀਂ ਰੱਖਿਆ? ਮੈਂ ਔਰ ਡਾਕਟਰ ਅਮਰ ਸਿੰਘ ਜੀ ਨਾ ਜੀ ਇਹ ਗੱਲ 'ਚ ਵਿਸ਼ਵਾਸ ਨਹੀਂ ਰੱਖਦੇ, ਕਿਉਂਕਿ ਅਸੀਂ ਮੰਨਦੇ ਹਾਂ ਕਿ ਪੰਜਾਬ ਦੇ ਲੋਕ ਨਾ ਨੀਂਹ ਪੱਥਰ ਦੇਖ ਦੇਖ ਕੇ ਉਹਨਾਂ ਦੇ ਹੱਥ ਖੜੇ ਹੋਏ ਆ। ਔਰ ਇੰਜ ਦੀ ਗੱਲ ਹੈ, ਇਹ ਲਾਭ ਦੇਣ ਦੀ ਗੱਲ ਹੈ। ਔਰ ਇਹ ਮੈਂ ਨੀਂਹ ਪੱਥਰਾਂ ਤੇ ਤੁਸੀਂ ਮੰਨੋਗੇ ਨਹੀਂ, ਕਈ ਵਾਰੀ ਮੇਰੇ ਬੜੇ ਸਤਿਕਾਰਯੋਗ ਸਰਪੰਚ ਆ ਕਹਿ ਦਿੰਦੇ ਜੀ ਤੁਸੀਂ ਤਾਂ ਕੋਈ ਨੀਂਹ ਪੱਥਰ ਹੀ ਨਹੀਂ ਲਾਏ। ਤੁਸੀਂ ਮੰਨੋਗੇ ਨਹੀਂ ਕਿ ਮੈਨੂੰ ਲੱਗਦਾ 3.5 ਸਾਲ ਸ਼ੁਰੂ 'ਚ ਤੇ ਇੱਕ ਵੀ ਨੀਂਹ ਪੱਥਰ ਨਹੀਂ ਲਾਇਆ ਮੈਂ। ਡਾਕਟਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਬਾਕੀਆਂ ਨੂੰ ਵੀ ਭਾਈ ਤੁਸੀਂ ਕੰਮ ਕਰੋ, ਨੀਂਹ ਪੱਥਰਾਂ 'ਚ ਕੁਝ ਨਹੀਂ ਰੱਖਿਆ? ਦੇਖੋ ਇੰਜ ਦੀ ਗੱਲ, ਵੋਟਰ ਆ ਨਾ ਜੀ, ਉਹ ਕਾਲਜ ਬਣ ਗਿਆ, 500-600 ਸਾਡਾ ਬੱਚਾ ਪੜ੍ਹ ਰਿਹਾ, ਠੀਕ ਹੈ ਨਾ। ਜਿਹੜੇ ਪਰਿਵਾਰਾਂ ਦੇ ਬੱਚੇ ਪੜ੍ਹ ਰਹੇ ਆ, ਜਿਹੜੇ ਲੋਕ ਉਹ ਬਿਲਡਿੰਗ ਨੂੰ ਦੇਖਦੇ ਆ, ਸਾਰਿਆਂ ਨੂੰ ਪਤਾ ਆ। ਔਰ ਅੱਜ ਦਾ ਜਿਹੜਾ ਜ਼ਮਾਨਾ ਦੇਖੋ, ਆਪਾਂ ਸ਼ੁਰੂ 'ਚੋਂ ਗੱਲ ਕੀਤੀ ਸੀ 500 ਰੁਪਏ ਦੀ ਕੋਈ ਸ਼ਰਾਬ ਦੀ। ਪੰਜਾਬ ਦੇ ਵੋਟਰ ਦੇਸ਼ ਦੇ ਸਭ ਤੋਂ ਸੂਝਵਾਨ ਵੋਟਰਾਂ ਵਿੱਚ ਨੇ, ਕਿਉਂਕਿ ਇਹਦੇ ਬੜੇ ਕਾਰਨ ਨੇ। ਆਪਣੇ ਸੂਬੇ ਦਾ ਇੱਕ ਬਹੁਤ ਲੰਬਾ ਇਤਿਹਾਸ ਰਿਹਾ, ਪੰਜਾਬੀ ਸੂਬੇ ਦੀ ਮੂਵਮੈਂਟ ਰਹੀ ਹੈ, ਸਾਰਾ ਕੁਝ ਬਹੁਤ ਸੂਝਵਾਨ ਨੇ ਪੰਜਾਬੀ। ਇਹ ਤੇ ਗੱਲ ਕੀ ਆ, ਮੈਂ ਸਮਝਦਾ ਕਿ ਤੁਸੀਂ ਸਾਡੀ ਡਿਊਟੀ ਕੀ ਆ, ਸਾਡੀ ਡਿਊਟੀ ਬਤੌਰ ਲੀਡਰ ਦਾ ਆਪਣੇ ਇਲਾਕੇ ਲਈ ਰਾਏਕੋਟ ਹਲਕੇ ਲਈ ਆਪ ਦਾ ਨਿੱਜੀ ਚੋਣ ਮੈਨੀਫੈਸਟੋ ਕੀ ਹੈ? ਨਹੀਂ ਮੇਰਾ ਨਿੱਜੀ ਕਿਹੜਾ ਕੰਮ ਰਹਿੰਦਾ ਤੇ ਕਿੱਧਰ ਨੂੰ ਲਿਜਾਣਾ ਚਾਹੀਦਾ, ਵਿਜ਼ਨ ਕੀ? ਵਿਜ਼ਨ ਇਹ ਹੈ ਦੇਖੋ ਜੀ, ਔਰ ਜੇ ਜਿੱਤੋਗੇ ਤਾਂ ਵੀ, ਜੇ ਨਹੀਂ ਜਿੱਤੋਗੇ ਤਾਂ ਵੀ। ਉਹ ਪਿਛਲੇ 5 ਸਾਲ ਕਿਹੜਾ ਕੋਈ ਅਸੀਂ ਇੱਥੇ ਐਮਐਲਏ ਸੀ, ਸੱਤਾ ਸੀ, ਡਾਕਟਰ ਸਾਹਿਬ ਦਾ ਆਸ਼ੀਰਵਾਦ ਵੱਡਿਆਂ ਦਾ ਨਾਲ ਹੀ ਸੀਗਾ। ਨਹੀਂ ਪੂਰਾ ਸੀ। ਤੇ ਇੰਜ ਦੀ ਗੱਲ ਹੈ ਜੀ ਕਿ ਦੇਖੋ ਜਿਹੜੀ ਸੋਚ ਆ ਹੁਣ ਪਿਛਲੇ 25-30 ਸਾਲਾਂ ਤੋਂ ਬਹੁਤ ਸਾਰੇ ਇੰਜ ਦੇ ਮੂਲ ਮਸਲੇ ਸਾਡੇ ਇਲਾਕੇ ਦੇ ਜਿਹੜੇ ਸਿਰਫ ਚੋਣ ਘੋਸ਼ਣਾ ਪੱਤਰਾਂ ਤੱਕ ਔਰ ਰੈਲੀਆਂ ਤੱਕ ਸੀਮਿਤ ਰਹਿ ਗਏ ਸੀ ਨਾ, ਉਹ ਮਸਲੇ ਆਪਣੇ ਹਲਕੇ ਦੇ ਹੱਲ ਹੋਏ ਆ। ਚਾਹੇ ਸਰਕਾਰੀ ਡਿਗਰੀ ਕਾਲਜ ਆ, ਚਾਹੇ ਸਰਕਾਰੀ ITI ਆ, ਚਾਹੇ ਰਾਏਕੋਟ ਸ਼ਹਿਰ ਲਈ 100% ਸੀਵਰੇਜ ਔਰ STP ਦਾ ਮਾਮਲਾ ਆ, ਚਾਹੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਆ। ਸਾਡਾ ਜਿਹੜਾ ਸਰਕਾਰੀ ਹਸਪਤਾਲ ਆ ਉਹ 30 ਬਿਸਤਰਾ ਹਸਪਤਾਲ ਸੀ, ਉਹਨੂੰ ਹੁਣ 80 ਬਿਸਤਰੇ ਹਸਪਤਾਲ 'ਚ ਤਬਦੀਲ ਕੀਤਾ ਜਾ ਰਿਹਾ। 10-12 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਆ ਉਹਦੇ ਤੇ। ਖਾਸ ਜੱਚਾ ਬੱਚਾ ਹਸਪਤਾਲ ਵੀ ਉੱਥੇ ਬਣ ਰਿਹਾ 30 ਬਿਸਤਰੇ ਦਾ। ਨਾਲ ਦੇ ਨਾਲ ਪਹਿਲਾ ਸਰਕਾਰੀ ਹਸਪਤਾਲ ਸੀ ਪਿਛਲੇ ਸਾਲ ਜਦੋਂ ਕਰੋਨਾ ਦੀ ਲਹਿਰ ਚੱਲ ਰਹੀ ਸੀ ਅਪ੍ਰੈਲ-ਮਈ 'ਚ, ਕਿ ਜੂਨ ਦੇ ਮਹੀਨੇ 'ਚ ਹੀ PSA ਆਕਸੀਜਨ ਪਲਾਂਟ ਸਾਡੇ ਰਾਏਕੋਟ ਦੇ ਹਸਪਤਾਲ 'ਚ ਲੱਗ ਗਿਆ ਸੀ। ਔਰ ਜਿਵੇਂ ਬਹੁਤ ਮਹਿੰਗੇ DMC ਔਰ ਵੱਡੇ ਹਸਪਤਾਲਾਂ 'ਚ ਹਰ ਬਿਸਤਰੇ ਤੇ ਆਕਸੀਜਨ ਦੀ ਪਾਈਪਡ ਆਕਸੀਜਨ ਦੀ ਸਹੂਲਤ ਹੁੰਦੀ ਹੈ, ਉਹ ਸਾਡੇ ਅੱਜ ਸਰਕਾਰੀ ਹਸਪਤਾਲ 'ਚ। ਤੇ ਜਿਹੜੀ ਸੋਚ ਆ, ਜਿਹੜੀ ਵਿਜ਼ਨ ਆ, ਕਾਲਜ ਆ ਗਿਆ ਬਹੁਤ ਚੰਗੀ ਗੱਲ ਆ, ਪਰ ਸੋਚ ਇਹ ਆ ਕਿ ਅਗਲੇ 5-7 ਸਾਲਾਂ 'ਚ ਕਾਲਜ ਨੂੰ ਪੋਲੀਟੈਕਨਿਕ ਕਾਲਜ ਯੂਨੀਵਰਸਿਟੀ 'ਚ ਬਦਲੀਏ, ਕਿ ਇੰਜੀਨੀਅਰਿੰਗ ਮੈਨੇਜਮੈਂਟ ਹਰ ਇੱਕ ਜਿਹੜੀ ਡਿਗਰੀ ਸਾਡੇ ਬੱਚੇ ਕਰਨਾ ਚਾਹੁੰਦੇ ਆ ਉਹਨਾਂ ਨੂੰ ਇੱਥੇ ਉਪਲਬਧ ਹੋਏ। ਔਰ ਉਹਦੇ ਪਿੱਛੇ ਮੈਂ ਸੋਚ ਵੀ ਦੱਸ ਦਿੰਦਾ। ਮੇਰਾ ਨਿੱਜੀ ਤਜਰਬਾ ਰਿਹਾ ਕਿ ਬਹੁਤ ਸਾਰੀ ਵਾਰ ਮਿਹਨਤਕਸ਼ ਪਰਿਵਾਰਾਂ ਤੋਂ, ਆਮ ਪਰਿਵਾਰਾਂ ਦੇ ਬ੍ਰਿਲੀਅੰਟ ਬੱਚੇ ਜਿਹੜੇ ਮੈਂ ਕਹਾਂਗਾ ਕਿ ਯਾਨੀ ਸਾਰਿਆਂ ਨੂੰ ਮਾਤ ਦਿੰਦੇ ਆ ਪੜ੍ਹਾਈ 'ਚ, ਉਹ ਵਿਚਾਰੇ ਆਪਣੀ ਮਨਮਰਜ਼ੀ ਦੀ ਟੈਕਨੀਕਲ ਡਿਗਰੀ ਤੋਂ ਇਸ ਕਾਰਨ ਵਾਂਝੇ ਰਹਿ ਜਾਂਦੇ ਆ ਕਿਉਂਕਿ ਉਹਨਾਂ ਦੇ ਮਾਪਿਓ ਚੰਡੀਗੜ੍ਹ ਜਾਂ ਦਿੱਲੀ ਜਾਂ ਕਿਤੇ ਹੋਰ ਦਾ
ਖਰਚਾ ਨਹੀਂ ਲੈ ਸਕਦੇ ਉਹਨਾਂ ਨੂੰ ਭੇਜਣ ਦਾ। ਕੁਛ ਤੇ ਇੰਜ ਦੇ ਪਰਿਵਾਰ, ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ। ਮੈਂ 2-3 ਮਹੀਨੇ ਪਹਿਲੇ ਕਾਲਜ ਗਿਆ, ਉੱਥੇ ਸਾਨੂੰ ਇੱਕ ਛੋਟੀ ਜਿਹੀ ਬੇਟੀ ਮਿਲ ਗਈ, ਬੜੀ ਭਾਵੁਕ ਹੋ ਗਈ ਜਦੋਂ ਉਹਨੂੰ ਪੁੱਛਿਆ ਕਿ ਬੇਟਾ ਕਿੱਥੋਂ ਰਹਿੰਦੇ ਹੋ, ਕਿਹੜੀ ਡਿਗਰੀ ਕਰ ਰਹੇ ਹੋ, ਤੇ ਉਹ ਦੱਸਣ ਲੱਗ ਗਈ ਕਿ ਸਰ ਮੇਰੇ ਮਾਪਿਓ ਇੱਕ ਸਿੰਗਲ ਛੋਟੇ ਜਿਹੇ ਕਿਰਾਏ ਦੇ ਕਮਰੇ 'ਚ ਅਸੀਂ ਰਹਿੰਦੇ ਹਾਂ ਸ਼ਹਿਰ 'ਚ, ਔਰ ਜਦੋਂ ਮੈਂ 12ਵੀਂ ਕਲਾਸ 'ਚ ਆਈ ਮੇਰੇ ਮਾਪਿਓ ਨੇ ਇਹ ਕਿਹਾ ਕਿ ਬੇਟਾ ਹੁਣ ਜਿੰਨਾ ਅਸੀਂ ਪੜ੍ਹਾ ਸਕਦੇ ਸੀ ਉਹ ਹੋ ਗਿਆ, ਹੁਣ ਤੁਸੀਂ ਆਪਣਾ ਦੇਖ ਲਓ। ਕਿ ਮੇਰਾ ਸੁਪਨਾ ਸੀ ਕਿ ਮੈਂ ਚੰਗੀ ਡਿਗਰੀ ਕਰਾਂ, BA BCom ਕਰਾਂ, ਔਰ ਉਹਦੇ ਬਾਅਦ ਆਪਣੇ ਮਾਪਿਓ ਦਾ ਧਿਆਨ ਰੱਖਾਂ, ਔਰ ਅਗਰ ਅੱਜ ਮੈਂ ਉਹ ਕਰ ਪਾ ਰਹੀ ਹਾਂ ਤੇ ਇਸ ਲਈ ਕਰ ਪਾ ਰਹੀ ਹਾਂ ਕਿਉਂਕਿ ਸਾਡੇ ਇਲਾਕੇ 'ਚ ਸਰਕਾਰੀ ਕਾਲਜ ਆਇਆ। ਤੇ ਸੋਚ ਇਹ ਆ ਕਿ ਇਸ ਲੈਵਲ ਦਾ ਸਾਡਾ ਸਰਕਾਰੀ ਕਾਲਜ ਹੋਏ ਕਿ ਹਰ ਐਜੂਕੇਸ਼ਨ ਇੱਥੇ ਅਵੇਲੇਬਲ ਹੋਵੇ। ਕੀ ਚੋਣ ਮਨੋਰਥ ਪੱਤਰ ਜਿਹੜਾ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ ਕਿ ਨਹੀਂ, ਯਾਨੀ ਕਿ ਲੋਕਾਂ ਨਾਲ ਐਗਰੀਮੈਂਟ ਐਜ਼ ਪਰ ਲਾਅ? ਨਹੀਂ, ਇਹ ਤੇ ਦੇਖੋ ਮੈਂ ਕਿਉਂਕਿ ਹੁਣ ਤੱਕ ਤੇ ਜੁਮਲਿਆਂ ਜੀ 65 ਸਾਲ ਮੇਰਾ ਇਹ ਵਿਊ ਹੈ ਜੀ, ਮੇਰਾ ਇਹ ਵਿਊ ਆ ਕਿ ਲੋਕਤੰਤਰ ਚਾਹੀਦਾ ਕਿ ਨਹੀਂ। ਨਹੀਂ, ਮੈਂ ਸਮਝਦਾ ਕਿ ਲੋਕਤੰਤਰ 'ਚ ਤੇ ਵੈਸੇ ਹੀ ਉਹ ਲੀਗਲ ਹੋ ਜਾਂਦਾ, ਕਿਉਂਕਿ ਜਿਹੜਾ ਬੰਦਾ ਵਾਅਦੇ ਨਹੀਂ ਪੂਰਾ ਕਰਦਾ ਉਹਨੂੰ ਜਿਹੜੀ ਪਨਿਸ਼ਮੈਂਟ, ਜਿਹੜੀ ਸਜ਼ਾ ਦੇਣੀ ਆ ਉਹ ਲੋਕ ਪੱਕੀ ਦਿੰਦੇ ਆ। ਪਰ ਇਹ ਆ ਕਿ ਬਹੁਤ ਸਾਰਾ ਇੱਕ ਕਲਚਰ ਦੀ ਬਦਲਾਵ ਦੀ ਜ਼ਰੂਰਤ ਆ ਕਿ ਘੋਸ਼ਣਾ ਪੱਤਰ ਜਿਹੜੇ ਹੁੰਦੇ ਆ ਉਹਨਾਂ ਨੂੰ ਬਹੁਤ ਜੰਗੀ ਪੱਧਰ ਤੇ। ਅੱਛਾ, ਤੁਸੀਂ ਪਿਛਲੇ 5 ਸਾਲਾਂ 'ਚ ਵੇਖਿਆ ਹੋਣਾ, ਅਸੀਂ ਵੀ ਵੇਖਿਆ ਆ, ਔਰ ਪ੍ਰੈਕਟੀਕਲ ਗੱਲ ਸਹੀ ਹੈ ਕਿ ਕਾਂਗਰਸ ਦੀ ਜਿਵੇਂ ਅਕਾਲੀਆਂ ਦੀ ਚੱਲਦੀ ਹੁੰਦੀ ਸੀ ਨਾ ਪ੍ਰਸ਼ਾਸਨ ਦੇ ਵਿੱਚ, ਚਾਹੇ ਉਹ ਸਿਵਲ ਪ੍ਰਸ਼ਾਸਨ ਹੈ, ਚਾਹੇ ਪੁਲਿਸ ਪ੍ਰਸ਼ਾਸਨ ਹੈ, ਚਾਹੇ ਉਹ ਆਪਣਾ ਪਟਵਾਰਖਾਨਾ ਆ, ਤੇ ਪਰ ਕਾਂਗਰਸ ਦੀ ਉਨੀ ਉਹ ਮੰਨੀ ਨਹੀਂ ਅਫਸਰਸ਼ਾਹੀ ਨੇ। ਇਹਦੇ ਪਿੱਛੇ ਕੀ ਕਾਰਨ? ਔਰ ਇਹ ਸੱਚਾਈ ਹੈ, ਪ੍ਰੈਕਟੀਕਲ ਹੈ। ਮੈਨੂੰ ਤਾਂ ਪਤਾ ਨਹੀਂ ਜੀ, ਦੇਖੋ ਕਿਉਂਕਿ ਮੈਂ ਤੇ ਇਕੱਲੇ ਰਾਏਕੋਟ ਹਲਕੇ 'ਚ ਰਿਹਾ 5 ਸਾਲਾਂ 'ਚ, ਮੈਂ ਤੇ ਇਹ ਗੱਲ ਨਹੀਂ ਕਵਾਂਗਾ। ਦੇਖੋ ਇਹ ਹੁੰਦਾ ਆ ਕਿ ਮੈਂ ਸਮਝਦਾ ਕਿ ਕੰਮ ਕਰਾਉਣ ਦਾ ਇੱਕ ਢੰਗ ਹੁੰਦਾ ਆ, ਇੱਕ ਤੌਰ ਤਰੀਕਾ ਹੁੰਦਾ ਆ, ਔਰ ਅਗਰ ਅਸੀਂ ਲੋਕ ਭਲਾਈ ਦੇ ਵਿਕਾਸ ਕਾਰਜਾਂ ਦੇ ਅਗਰ ਜ਼ੋਰ ਰੱਖਾਂਗੇ ਤੇ ਦੇਖੋ ਅਫਸਰਸ਼ਾਹੀ ਦੀ ਵੀ ਜਿਹੜੀ ਡਿਊਟੀ ਹੈ, ਉਹਨਾਂ ਦੀ ਪ੍ਰਾਇਮਰੀ ਡਿਊਟੀਜ਼ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਔਰ ਉਹਨਾਂ ਦੇ ਲੋਕ ਭਲਾਈ ਤੇ ਕੰਮ ਕਰਨਾ ਹੈ। ਜਿਹੜੇ ਮੈਂ ਆਉਂਦਾ ਹੈ ਵੇਖ ਰਿਹਾ ਸੀ ਕੁਝ ਕਲੋਨੀਆਂ 'ਚ ਵਾਹਵਾ ਸੜਕਾਂ ਪੱਟੀਆਂ ਹੋਈਆਂ ਨੇ, ਉਹ ਤੁਸੀਂ ਵਿਕਾਸ ਕਾਰਜ ਵਿਖਾਉਣ ਲਈ ਪੱਟੀਆਂ ਨੇ ਜਾਂ ਔਨ ਗੋਇੰਗ ਆ? ਇਹ ਤੇ ਸਾਡਾ ਨਾ 60 ਕਰੋੜ ਦਾ ਸੀਵਰੇਜ ਪ੍ਰੋਜੈਕਟ ਚੱਲ ਰਿਹਾ। ਇਹ ਬਹੁਤ ਯਾਨੀ 30-40 ਸਾਲਾਂ ਦੀ ਸ਼ਹਿਰ ਦੀ ਮੰਗ ਸੀ। ਤੁਸੀਂ ਮੰਨੋਗੇ ਨਹੀਂ, ਸਾਡਾ ਰਾਏਕੋਟ ਸ਼ਹਿਰ ਇੰਜ ਦਾ ਸ਼ਹਿਰ ਸੀ ਕਿ ਜਿੱਥੇ ਸਿਰਫ 25 ਜਾਂ 30% ਖੇਤਰਫਲ 'ਚ ਸੀਵਰੇਜ ਸੀ, ਬਾਕੀ ਸਾਰਾ ਯਾਨੀ ਜਾਂ ਤੇ ਨਾਲੀਆਂ ਸੀ ਜਾਂ ਜਿਵੇਂ ਨਵੇਂ ਕਲੋਨੀਆਂ ਸੀ, ਉੱਥੇ ਤੇ ਵਿਚਾਰੇ ਲੋਕਾਂ ਨੇ ਪਲਾਟਾਂ 'ਚ ਪਾਣੀ ਛੱਡਿਆ ਸੀ। ਤੇ ਉਹ 60 ਕਰੋੜ ਦਾ ਸੀਵਰੇਜ ਦਾ ਪ੍ਰੋਜੈਕਟ ਚੱਲ ਰਿਹਾ ਔਰ ਉਹ ਔਨ ਗੋਇੰਗ ਆ। ਉਹਨੂੰ ਤਕਰੀਬਨ 5-6 ਮਹੀਨੇ ਹੋ ਗਏ ਚੱਲਦੇ ਹੋਏ, 5-6 ਮਹੀਨੇ ਹੋਰ ਲੱਗਣੇ ਆ। ਪਰ ਇੱਕ ਗਲੀ ਜਿਹੜੀ ਪੱਟੀ ਜਾ ਰਹੀ ਆ ਔਰ ਇਹਦਾ ਇੰਤਜ਼ਾਮ ਦੂਜੇ ਥਾਵਾਂ ਦੇ ਵਰਗੇ ਨਹੀਂ ਕੀਤਾ। ਹਰ ਇੱਕ ਗਲੀ ਜਿਹੜੀ ਪੱਟੀ ਹੋਈ ਆ ਉਹਦਾ ਟੈਂਡਰ ਇੰਟਰਲਾਕ ਟਾਈਲਾਂ ਲੱਗਣ ਦਾ ਜਾਂ ਪੱਕੀ ਸੜਕ ਲੱਗਣ ਦਾ ਲੱਗਿਆ ਹੋਇਆ। ਲੋਕ ਤੁਹਾਨੂੰ ਲੱਗਦਾ ਕਿ ਮੌਕੇ ਦੇ ਹਾਲਾਤ ਵੇਖ ਕੇ, ਅਸੀਂ ਮੌਕਾ ਦੇਖ ਕੇ ਚੌਕਾ ਮਾਰਦੇ, ਪੰਜਾਬੀ ਦੀ ਆਦਤ ਹੈ, ਕਿ ਉਹ ਤੁਹਾਨੂੰ ਵੋਟ ਦੇਣਗੇ? ਮੈਂ, ਤੁਸੀਂ ਮੰਨੋਗੇ ਮੇਰਾ ਜਿਹੜਾ ਸੁਭਾਅ ਆ, ਕੱਲ ਸਾਡੀ ਇੱਕ ਈਦਗਾਹ ਰੋਡ ਆ, ਮੇਨ ਰੋਡ ਆ ਸ਼ਹਿਰ ਦੀ, ਉਹ ਸੀਵਰੇਜ ਦੇ ਕਾਰਨ ਪੱਟੀ ਗਈ। ਉੱਥੇ ਬੜਾ ਮਿੱਟੀ ਪਾਣੀ ਸਾਰਾ ਕੁਝ ਸੀ। ਮੈਂ ਕੱਲ ਆਪਣੀ ਮੀਟਿੰਗ ਉਹ ਸੜਕ ਤੇ ਕਰਕੇ ਆਇਆ ਸਾਰੇ ਘਰ ਵਾਲਿਆਂ ਦੇ ਨਾਲ, ਕਿਉਂਕਿ ਮੇਰਾ ਇੰਨਾ ਪਿਆਰ ਆ ਔਰ ਇੰਨਾ ਵਿਸ਼ਵਾਸ ਆ ਕਿ ਹੋ ਸਕਦਾ ਕੋਈ ਹੋਰ ਲੀਡਰ ਹੁੰਦਾ ਉੱਥੇ ਕਹਿੰਦਾ ਭਾਈ ਪੱਟਿਆ ਹੋਇਆ ਮੁਹੱਲਾ ਉੱਥੇ ਨਹੀਂ ਜਾਣਾ। ਪਰ ਇਹ ਵੀ ਤੇ ਹੋ ਸਕਦਾ ਕਿ ਤੁਹਾਨੂੰ ਇਹ ਹੋਵੇ ਯਾਰ ਵਧੀਆ ਢੰਗ ਹੈ ਲੋਕਾਂ 'ਚ ਵਿਚਰਨ। ਨਹੀਂ, ਇਹ ਵਾਲੀ ਗੱਲ ਨਹੀਂ। ਮੈਂ ਤੇ ਤੁਸੀਂ ਮੰਨੋਗੇ, ਮੈਂ ਜਿੱਥੇ ਵੀ ਜਾਣਾ, ਚਾਹੇ ਉਹ ਕੋਈ ਪਿੰਡ ਆ, ਜਿੱਥੇ ਵੀ ਲੋਕਾਂ ਨੂੰ ਤਕਲੀਫ ਹੁੰਦੀ ਆ, ਪਤਾ ਨਹੀਂ ਦੂਜੇ ਲੋਕ ਕਰਦੇ ਹੋਣਗੇ ਕਿ ਨਹੀਂ, ਮੈਂ ਤੇ ਜਿੱਥੇ ਵੀ ਲੋਕਾਂ ਨੂੰ ਇਨਕਨਵੀਨੀਅੰਸ ਹੁੰਦੀ ਆ, ਜਿਹੜੇ ਵੀ ਮੁਹੱਲੇ 'ਚ ਕੰਮ ਚੱਲ ਰਿਹਾ, ਜਿੱਥੇ ਲੋਕਾਂ ਨੂੰ ਤਕਲੀਫ ਹੋ ਰਹੀ ਆ, ਬਾਰ-ਬਾਰ ਮੈਂ ਖੁਦ ਉੱਥੇ ਜਾਣਾ। MP ਸਾਹਿਬ ਖੁਦ ਜਾਂਦੇ ਆ ਲੋਕਾਂ ਨੂੰ, ਕਿਉਂਕਿ ਮੈਂ ਇਹ ਸਮਝਦਾ, ਦੇਖੋ ਲੋਕ ਉਹਨਾਂ ਦੀ ਆਮਰਾ ਜ਼ਿੰਦਗੀ ਆ, ਪਰ ਜਦੋਂ ਕੋਈ ਵੱਡਾ ਕੰਮ ਹੋ ਰਿਹਾ ਹੁੰਦਾ ਤੇ ਲੋਕਾਂ ਨੂੰ ਆਸ਼ਵਾਸਨ ਵੀ ਦੇਣ ਦੀ ਜ਼ਰੂਰਤ ਹੈ ਔਰ ਲੋਕਾਂ ਨੂੰ ਮਹਿਸੂਸ ਵੀ ਹੋਣਾ ਚਾਹੀਦਾ ਕਿ ਜਿਹੜੇ ਲੋਕ ਇਹ ਕੰਮ ਕਰਾ ਰਹੇ ਉਹ ਜ਼ਿੰਮੇਵਾਰੀ ਨਾਲ ਕਰਾ ਰਹੇ, ਕਿ ਇਹ ਨਹੀਂ ਕਿ ਇੱਕ ਵਾਰੀ ਪੱਟ ਕੇ ਚਲੇ ਗਏ ਫਿਰ ਮੁੜ ਕੇ ਨਹੀਂ ਕਦੇ ਆਏ। ਚਲੋ ਉਮੀਦ ਰੱਖ ਸਕਦੇ ਨੇ ਵੀ ਉਹ ਵੀ 5-6 ਮਹੀਨੇ ਬਾਅਦ ਜਿੱਦਾਂ ਦੀ ਸੜਕ ਤੁਹਾਡੇ ਘਰ ਨੂੰ ਆ ਰਹੀ ਹੈ ਇਦਾਂ ਦੀ ਹੋਈ। ਸਾਰੇ ਸ਼ਹਿਰ ਦਾ ਮੇਰੀ ਆਸ ਰਹੂ, ਇਹ ਕੋਸ਼ਿਸ਼ ਹੈ ਕਿ ਅਗਲੇ ਸਾਲ 6-7 ਮਹੀਨਿਆਂ 'ਚ ਆਪਣੇ ਸ਼ਹਿਰ 'ਚ ਤਕਰੀਬਨ ਸਾਰਾ ਹੀ ਸੀਵਰੇਜ ਪ੍ਰੋਜੈਕਟ ਵੀ ਪੈ ਜਾਊਗਾ ਸਾਰੇ ਇਲਾਕਿਆਂ 'ਚ। ਵੀਵਾਕਾਮ ਕੰਪਨੀ ਹੈ ਦਵਾਈਆਂ ਵਾਲੀ, ਉਹਦੇ ਤੇ ਕੁਝ ਕਿਸਾਨ ਜਥੇਬੰਦੀਆਂ ਨੇ ਐਲਾਨ ਵੀ ਕੀਤਾ ਹੈ ਕਿ ਪਹਿਲਾਂ ਤਾਂ ਉਹਦਾ ਕੈਮੀਕਲ ਵਾਲਾ ਪਾਣੀ ਚਲੋ ਨਹਿਰ 'ਚ ਰੁੜਦਾ ਸੀ, ਉਹ ਬੰਦ ਹੋ ਗਈ, ਤੇ ਹੁਣ ਉਹ ਜ਼ਮੀਨ 2 ਸੱਟ ਰਿਹਾ, ਕੋਈ ਟ੍ਰੀਟਮੈਂਟ ਪਲਾਂਟ ਨਹੀਂ, ਉਹਨੂੰ ਬੰਦ ਕੀਤਾ ਜਾਵੇ। ਕੁਝ ਰੋਸ ਪ੍ਰਦਰਸ਼ਨ ਵੀ ਹੋਣ ਵਾਲੇ ਨੇ। ਉਹਦੇ ਬਾਰੇ ਅਸਲੀਅਤ ਕੀ ਹੈ ਤੇ ਤੁਸੀਂ ਨਿੱਜੀ ਤੌਰ ਤੇ ਕੀ ਸੋਚਦੇ ਹੋ ਵੀ ਉਹ ਕੀ ਹੋਣਾ ਚਾਹੀਦਾ ਉੱਥੇ, ਉਹਦਾ ਹੱਲ ਕੀ ਹੈ? ਦੇਖੋ ਜੀ, ਮੈਂ ਤੇ ਇਹੀ ਕਵਾਂਗਾ, ਕਿਉਂਕਿ ਅੱਗੇ ਟਰਾਈਡੈਂਟ ਗਰੁੱਪ ਦਾ ਅਸੀਂ ਵੇਖਿਆ ਕਿ ਆਸ-ਪਾਸ ਜਿਹੜੇ ਪਿੰਡ ਆ ਉੱਥੇ ਕੈਂਸਰ ਦਾ ਤੁਸੀਂ ਡਾਟੇ ਕਢਾ ਲਓ, ਤੇ ਮੈਂ ਤੇ ਇਹ ਵੀ ਕਹੂੰਗਾ ਕਿ ਸਾਡੇ ਪੱਤਰਕਾਰਤਾ ਦਾ ਇੰਨਾ ਬੁਰਾ ਹਾਲ ਹੈ
ਕਿ ਵੀ ਆਰ ਦਾ ਬਲੱਡੀ ਬਲੈਕਮੇਲਰਸ ਸਾਨੂੰ ਲੋਕ ਕਹਿਣ ਲੱਗੇ ਨੇ। ਰਿਐਲਿਟੀ ਆ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ। ਮੈਂ ਤੁਹਾਨੂੰ ਦੱਸਦਾ, ਇਹਦੇ ਲਈ ਪਿੰਡਾਂ ਦਾ ਮੈਂ ਹਾਲ ਵੇਖਿਆ, ਪਾਣੀ ਸ਼ਰੇਆਮ ਖੇਤਾਂ ਵਿੱਚ ਛੱਡਿਆ ਜਾ ਰਿਹਾ, ਕੀ ਹੈ? ਦੇਖੋ ਮੈਂ ਇਹਦੇ ਤੇ ਤੁਹਾਨੂੰ ਜਵਾਬ ਦਿੰਦਾ ਕਿ ਇਹ ਜਦੋਂ ਗੱਲ ਕੁਝ ਲੋਕਾਂ ਨੇ ਰੱਖੀ ਸੀ ਤੇ ਮੈਂ ਔਰ MP ਸਾਹਿਬ ਨੇ ਕਿਸੇ ਛੋਟੇ ਲੈਵਲ ਤੇ ਨਹੀਂ ਮਸਲਾ ਚੱਕਿਆ, ਇਹ ਮਸਲਾ ਚੱਕਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਦੇ ਲੈਵਲ ਤੇ। ਔਰ ਮੁੱਖ ਮੰਤਰੀ ਕੌਣ ਸੀ? ਕੈਪਟਨ ਸਾਹਿਬ ਸੀ। ਔਰ ਤਦ ਪ੍ਰਿੰਸੀਪਲ ਸੈਕਟਰੀ ਪੋਲੂਸ਼ਨ ਬੋਰਡ ਔਰ ਬਾਕੀ ਸਾਰੇ ਜਿਹੜੇ ਅਫਸਰ ਸੀ, ਉਹਨਾਂ ਨੇ ਇੱਕ ਵਾਰੀ ਨਹੀਂ 2-3 ਵਾਰੀ ਬਿਨਾਂ ਦੱਸੇ ਸਪੌਟ ਚੈਕਿੰਗ ਕਰਵਾਈ, ਔਰ ਯਾਨੀ ਜਿਵੇਂ ਹੁੰਦਾ ਨਾ ਰੇਡ ਪਾ ਕੇ ਸਾਰੀ ਚੈਕਿੰਗ ਕਰਵਾਈ। ਔਰ ਅੱਜ ਵੀ ਮੈਂ ਇਹੀ ਗੱਲ ਕਹਾਂਗਾ ਕਿ ਮੈਂ ਡਾਕਟਰ ਸਾਹਿਬ ਰਾਏਕੋਟ ਹਲਕੇ ਦੇ ਲੋਕਾਂ ਨਾਲ ਖੜੇ ਹਾਂ, ਅਸੀਂ ਆਪਣੇ ਕਿਸਾਨਾਂ ਨਾਲ ਖੜੇ ਹਾਂ। ਕੋਈ ਵੀ ਅਗਰ ਕਿਤੇ ਕੋਈ ਗਲਤ ਕੰਮ ਕਰਦਾ ਹੈ ਤੇ ਉਹਦੇ ਤੇ ਲੱਗਦਾ ਕਿ ਉਸ ਅਫਸਰਸ਼ਾਹੀ ਨੇ ਪਹਿਲਾਂ ਦੱਸਿਆ ਨਹੀਂ ਹੋਊਗਾ ਅਸੀਂ ਰੇਡ ਮਾਰਨ ਆ ਰਹੇ ਹਾਂ। ਨਹੀਂ ਉਹ ਜਿਹੜਾ ਪ੍ਰੈਸ਼ਰ ਸੀ ਉਹ ਇੱਕ ਵਾਰੀ ਤੁਸੀਂ ਬਾਹਰ ਜਾ ਰਹੇ ਆ ਗਰਾਊਂਡ, ਇੰਨਾ ਜ਼ਿਆਦਾ ਉਹਨਾਂ ਦੇ ਦਬਾਅ ਸੀ, ਕਦੇ DC ਤੋਂ ਚੈਕਿੰਗ ਕਰਵਾਈ, ਕਦੇ SDM ਤੋਂ ਕਰਾਈ। ਯਾਨੀ ਮੈਂ ਔਰ ਡਾਕਟਰ ਸਾਹਿਬ ਦਾ ਉਹ ਸਾਡੀ ਤੇ ਨੇਚਰ ਹੀ ਨਹੀਂ ਹੈ। ਜਿਹੜਾ ਵੀ ਕਦੇ ਵੀ, ਔਰ ਤੁਸੀਂ ਮੰਨੋਗੇ ਚਾਹੇ ਨਗਰ ਕੌਂਸਲ ਦਾ ਕਈ ਵਾਰੀ ਸ਼ਹਿਰ ਦੇ ਕੁਝ ਹਿੱਸਿਆਂ 'ਚ 3-3 4-4 ਵਾਰੀ ਬਣੇ ਹੋਏ ਕੰਮ ਨੂੰ ਪਟਵਾਇਆ ਜਦ ਤੱਕ ਲੋਕਾਂ ਦੀ ਤਸੱਲੀ ਨਹੀਂ ਹੋ ਗਈ। ਮੇਰਾ ਔਰ ਡਾਕਟਰ ਸਾਹਿਬ ਦਾ ਜਿਹੜਾ ਸਾਡਾ ਸੁਭਾਅ ਆ ਉਹ ਤੇ ਇਹ ਅਸੀਂ ਪਰਵਾਹ ਹੀ ਨਹੀਂ ਕਰਦੇ। ਤੁਸੀਂ ਯੂਥ ਹੋ, ਆਪਣੇ ਹਲਕੇ ਦੇ ਯੂਥ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਮੈਸੇਜ ਦੇਣਾ ਚਾਹਾਂਗਾ ਕਿ ਪਿਛਲੇ 5 ਸਾਲਾਂ 'ਚ ਹਰ ਜਿਹੜਾ ਵੱਡਾ ਕਦਮ ਚੱਕਿਆ ਆ, ਚਾਹੇ ਉਹ ਆਪਣਾ ਸਰਕਾਰੀ ਡਿਗਰੀ ਕਾਲਜ ਆ, ਚਾਹੇ ITI ਆ, ਚਾਹੇ ਹਵਾਈ ਅੱਡੇ ਦਾ ਪ੍ਰੋਜੈਕਟ ਆ, ਚਾਹੇ ਬਹੁਤ ਪ੍ਰੈਸ਼ਰ ਬਣਾ ਕੇ ਜਿਹੜੀਆਂ ਨਵੀਆਂ ਫੈਕਟਰੀਆਂ ਲਗਵਾਈਆਂ ਨੇ, ਨਵੇਂ ਇੰਡਸਟਰੀਅਲ ਪ੍ਰੋਜੈਕਟ ਲੈ ਕੇ ਆਏ ਆ, ਸਾਰਾ ਕੁਝ ਸਾਡੇ ਹਲਕੇ ਦੇ ਨੌਜਵਾਨਾਂ ਦੇ ਭਵਿੱਖ ਨੂੰ ਦੇਖਦੇ ਹੋਏ ਉਹਨੂੰ ਕੇਂਦਰ ਬਿੰਦੂ ਬਣਾ ਕੇ ਸਾਰੀ ਪਲੈਨਿੰਗ ਕੀਤੀ ਆ। 40-50 ਪਿੰਡਾਂ ਦੇ ਗਰਾਊਂਡ ਬਣਾਏ ਜਾ ਰਹੇ ਆ, ਹਰ ਪਿੰਡ 'ਚ ਸਪੋਰਟਸ ਕਿੱਟ, ਜਿਮ, ਸਾਰਾ ਕੁਝ ਕਰ ਰਹੇ ਆ। ਤੇ ਮੇਰੀ ਤੇ ਉਹਨਾਂ ਨੂੰ ਇਹ ਬੇਨਤੀ ਹੈ ਕਿ ਉਹਨਾਂ ਦੇ ਵਿੱਚੋਂ ਹੀ ਇੱਕ ਨੌਜਵਾਨ ਨਹੀਂ ਮੈਂ ਤੇ ਕਹਿ ਰਿਹਾ ਜਿਹੜੇ ਗਰਾਊਂਡ ਤੁਸੀਂ ਹਲਵਾਰੇ ਜਾ ਕੇ ਗਰਾਊਂਡ ਦੇਖੋ, ਤਲਵੰਡੀ ਜਾ ਕੇ ਦੇਖੋ, ਰਾਏਕੋਟ ਸ਼ਹਿਰ 'ਚ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਦੇਖੋ, ਜਿਹੜੇ ਖੇਡਣ ਵਾਲੇ ਤਾਂ ਘੱਟ ਰਹੇ ਨਾ। ਖੇਡਣ ਵਾਲੇ ਬਹੁਤ ਸਾਰੇ ਬਾਹਰ ਵੀ ਚਲੇ ਗਏ, ਪਰ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹ ਹਾਲਾਤ ਇੱਥੇ ਪੈਦਾ ਕਰੀਏ। ਦੇਖੋ ਚੰਗੀ ਸਿੱਖਿਆ ਦੇ, ਉੱਚ ਸਿੱਖਿਆ ਦੇ ਅਸੀਂ ਸੰਸਥਾਵਾਂ ਨੂੰ ਬੜਾਵਾ ਦਈਏ ਜਿੱਥੇ ਬੱਚੇ ਬਿਨਾਂ ਬੋਝ ਪਾਏ ਆਪਣੀ ਪੜ੍ਹਾਈ ਲਿਖਾਈ ਕਰ ਪਾਉਣ, ਔਰ ਵੱਧ ਤੋਂ ਵੱਧ ਰੋਜ਼ਗਾਰ ਦੇ ਨਵੇਂ ਜ਼ਰੀਏ ਪੈਦਾ ਕਰੀਏ। ਕਿਉਂਕਿ ਦੇਖੋ ਕੋਈ ਵੀ ਜਦੋਂ ਘਰ ਛੱਡਦਾ ਹੈ ਮਜਬੂਰੀ 'ਚ ਛੱਡਦਾ ਹੈ, ਕਿਸੇ ਨੂੰ ਚੰਗਾ ਨਹੀਂ ਲੱਗਦਾ। ਆਪਾਂ ਦੋਨੋਂ ਵੀ ਬੈਠੇ ਜੀ, ਕਿਹੜਾ ਕੋਈ ਕਿਸੇ ਨੂੰ ਚੰਗਾ ਲੱਗਦਾ? ਹਰ ਬੰਦਾ ਚਾਹੁੰਦਾ ਘਰ ਰਹਿਣਾ। ਤੇ ਅਸੀਂ ਤੇ ਹਲਕਾ ਪੱਧਰ ਤੇ ਇਹੀ ਕੀਤਾ ਆ। ਜਿਨ੍ਹਾਂ ਦੀ ਵੋਟ ਪਹਿਲੀ ਵਾਰ ਬਣੀ ਹੈ, ਪਹਿਲੀ ਵਾਰ ਪਾਉਣ ਜਾਣਾ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਉਹਨਾਂ ਨੂੰ ਕਿਉਂਕਿ ਉਹ ਬੱਚੇ ਨੇ ਹਾਲ ਦੀ ਘੜੀ ਹੋ ਸਕਦਾ ਮਾਪਿਓ ਦੇ ਦਬਾਅ ਵਿੱਚ ਆ ਕੇ ਜਾਂ ਯਾਰਾਂ ਦੋਸਤਾਂ ਦੇ ਦਬਾਅ ਵਿੱਚ ਆ ਕੇ ਪਾਉਣ। ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ 2-3 ਜਗ੍ਹਾ ਅਸੀਂ ਰੁਕ ਕੇ ਪੁੱਛਿਆ, ਉਹ ਕਹਿੰਦੇ ਵੀ ਅਸੀਂ ਤਾਂ ਨੋਟਾਂ ਨੱਪ ਕੇ ਆਵਾਂਗੇ, ਸਵਾਦ ਵੇਖਾਂਗੇ। ਇਹ ਕੀ ਗੱਲ ਹੈ ਬਾਈ ਨੋਟਾ? ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹਾਂਗਾ ਕਿ ਹਰ ਇੱਕ ਵੋਟ ਦਾ ਬਰਾਬਰ ਦਾ ਮੁੱਲ ਹੁੰਦਾ ਆ, ਪਰ ਜਿਹੜਾ ਸਾਡਾ ਆਉਣ ਵਾਲਾ ਭਵਿੱਖ ਆ ਉਹ ਸਾਡੇ ਨੌਜਵਾਨਾਂ ਦਾ ਆ। ਤੇ ਰਾਜਨੀਤੀ 'ਚ ਦਿਲਚਸਪੀ ਵੀ ਸਾਡੇ ਨੌਜਵਾਨਾਂ ਨੂੰ ਰੱਖਣੀ ਪਊਗੀ, ਆਪਣਾ ਯੋਗਦਾਨ ਵੀ ਪਾਉਣਾ ਪਊਗਾ, ਔਰ ਵੱਧ ਤੋਂ ਵੱਧ ਅੱਗੇ ਵੱਧ ਕੇ ਹਿੱਸਾ ਵੀ ਲੈਣਾ ਪਊਗਾ। ਤਦ ਹੀ ਕੋਈ ਅਸਲੀ ਬਦਲਾਵ ਔਰ ਸੁਧਾਰ ਹੋ ਸਕਦਾ ਆ। ਔਰ ਮੈਂ ਤੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਦੇਖੋ ਉਹਨਾਂ ਦੇ ਭਵਿੱਖ ਲਈ ਜੋ ਵੀ ਕਰਨ ਦੀ ਲੋੜ ਆ ਉਹ ਸਾਡੇ, ਮੈਂ ਸਮਝਦਾ ਕਿ ਕਦੇ ਇਹ ਨਹੀਂ ਹੋਣਾ ਚਾਹੀਦਾ ਕਿ ਉਹ ਬੱਚਿਆਂ ਦੀ ਉਮਰ ਕੋਈ 18-19 ਸਾਲ ਆ। ਮੈਂ ਸਮਝਦਾ ਕਿ ਨੌਜਵਾਨ ਸ਼ਕਤੀ ਦੇ ਬਰਾਬਰ ਤੇ ਕੋਈ ਸ਼ਕਤੀ ਨਹੀਂ ਹੁੰਦੀ। ਤੇ ਮੈਂ ਤੇ ਇਹ ਕਹਾਂਗਾ ਕਿ ਉਹ ਸਾਡੇ ਨਾਲ ਮਿਲਣ, ਮੈਨੂੰ ਮਿਲ ਕੇ ਮੈਨੂੰ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਦੇਣ, ਔਰ ਜਦ ਕਿ ਆਪਾਂ ਰਲ ਮਿਲ ਕੇ ਜੋ ਵੀ ਉਹਨਾਂ ਦੇ ਭਵਿੱਖ ਲਈ ਕਰ ਸਕਦੇ ਹਾਂ, ਆਪਣੇ ਇਲਾਕੇ ਦੇ ਨੌਜਵਾਨਾਂ ਲਈ ਕਰ ਸਕਦੇ ਹਾਂ, ਆਪਾਂ ਉਹ ਸਾਰੇ ਕਦਮ ਚੁੱਕੀਏ। ਅੱਛਾ, ਇਹਦਾ ਮਤਲਬ ਜਿਹੜਾ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਇਹ ਗੱਲ ਕਹੀ ਸੀ ਕਿ ਤੁਹਾਡੇ ਕਰਕੇ ਉਹਨਾਂ ਦੀ ਪਹਿਚਾਣ ਹੋਵੇ, ਉਸ ਸੁਪਨੇ 'ਚ ਫਿਰ ਰੰਗ ਭਰੇ ਜਾਣਗੇ? ਆਖਰੀ ਸਵਾਲ ਮੇਰੀ ਤੇ ਦੇਖੋ ਜੀ ਇਹ ਕੋਸ਼ਿਸ਼ ਹੀ ਆ, ਮੇਰੀ ਇਹ ਕੋਸ਼ਿਸ਼ ਆ। ਮੈਂ ਇਹ ਸਮਝਦਾ ਕਿ ਜ਼ਿੰਦਗੀ 'ਚ ਨਾ ਹਰ ਚੀਜ਼ ਮੈਰਿਟ ਤੇ ਹੋਣੀ ਚਾਹੀਦੀ ਆ। ਔਰ ਆਪਾਂ ਕਹਿ ਦਿੰਦੇ ਹਾਂ ਪੋਲਿਟਿਕਸ ਦੀ ਔਰ ਆਪਣੇ ਲੋਕਤੰਤਰ ਦੀ ਇੱਕ ਚੰਗੀ ਗੱਲ ਤੇ ਹੈ। ਹੋ ਸਕਦਾ 1 ਵਾਰੀ 2 ਵਾਰੀ ਤੁਸੀਂ ਕੁਛ ਉੱਤੇ ਥੱਲੇ ਕਰ ਸਕਦੇ ਹੋ, ਕੋਈ ਹੋਰ ਹੋ ਜੇ, ਪਰ ਅੰਤ 'ਚ ਲੋਕਾਂ ਦੇ ਜਦੋਂ ਮੁੱਦੇ ਹੱਲ ਹੁੰਦੇ ਆ ਤਦ ਹੀ ਤੁਸੀਂ ਜਿੱਤ ਹਾਸਲ ਕਰ ਸਕਦੇ ਹੋ, ਤਦ ਹੀ ਤੁਸੀਂ ਸਰਕਾਰਾਂ ਬਣਾ ਸਕਦੇ ਹੋ। ਅੱਛਾ, ਇੱਕ ਆਖਰੀ ਸਵਾਲ ਕਿ ਹਲਕਾ ਰਾਏਕੋਟ ਦੇ ਲੋਕ ਤੁਹਾਨੂੰ ਵੋਟ ਕਿਉਂ ਪਾਉਣ? ਵਾਈ ਕਾਮਿਲ ਅਮਰ ਸਿੰਘ? ਮੈਂ ਇਹੀ ਕਹਾਂਗਾ ਜੀ ਕਿ ਪਿਛਲੇ 5 ਸਾਲਾਂ ਤੋਂ
ਦਿਨ ਰਾਤ ਹਲਕੇ ਦੀ ਮੈਂ ਸੇਵਾ ਕੀਤੀ ਹੈ। ਹਲਕੇ 'ਚ ਮੈਂ ਰਹਿਣਾ ਆ, ਹਰ ਪਿੰਡ ਸ਼ਹਿਰ ਦੇ ਹਰ ਹਿੱਸੇ ਦੇ ਮਸਲਿਆਂ ਨਾਲ ਮੈਂ ਵਾਕਿਫ ਹਾਂ। ਬਹੁਤ ਜੰਗੀ ਪੱਧਰ ਤੇ 500 ਕਰੋੜ ਰੁਪਏ ਦੇ ਵਿਕਾਸ ਕਾਰਜ ਪਿਛਲੇ 5 ਸਾਲਾਂ 'ਚ ਮੁਕੰਮਲ ਹੋਏ ਆ। ਬਹੁਤ ਸਾਰੇ ਪਿੰਡਾਂ ਦੇ ਸ਼ਹਿਰਾਂ ਦੇ ਆਪਣੇ ਮਸਲੇ ਹੱਲ ਹੋਏ ਆ ਔਰ ਸੁਪਨਾ ਤੇ ਇਹ ਆ ਕਿ ਸਾਡੇ ਰਾਏਕੋਟ ਹਲਕੇ ਦੇ ਲੋਕਾਂ ਦੇ ਆਸ਼ੀਰਵਾਦ ਨਾਲ ਅਗਲੇ 5 ਸਾਲਾਂ 'ਚ 1000 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਾਈਏ, ਉਹਦੇ ਤੋਂ ਵੀ ਵੱਧ ਕਰਾਈਏ, ਹੋਰ ਵੀ ਵੱਡੇ ਪ੍ਰੋਜੈਕਟ ਲੈ ਕੇ ਆਈਏ ਕਿ ਸਾਡਾ ਜਿਹੜਾ ਇਲਾਕਾ ਆ ਇਹ ਪੰਜਾਬ ਦਾ ਚੰਗੀ ਉੱਚ ਸਿੱਖਿਆ ਦਾ ਕੇਂਦਰ ਬਿੰਦੂ ਬਣੇ, ਸਿਹਤ ਸੇਵਾਵਾਂ ਸਭ ਤੋਂ ਵਧੀਆ ਪੂਰੇ ਲੁਧਿਆਣੇ ਜ਼ਿਲ੍ਹੇ 'ਚ ਸਾਡੇ ਇੱਥੇ ਹੋਣ ਔਰ ਸਭ ਤੋਂ ਵੱਧ ਜਿਹੜਾ ਨਵਾਂ ਰੋਜ਼ਗਾਰ ਆ ਉਹ ਸਾਡੇ ਇੱਥੇ ਪੈਦਾ ਹੋਏ। ਇਹ ਮੇਰਾ ਸੁਪਨਾ ਆ ਔਰ ਮੈਨੂੰ ਪੂਰੀ ਆਸ ਵੀ ਔਰ ਵਿਸ਼ਵਾਸ ਵੀ ਹੈ ਕਿ ਰਾਏਕੋਟ ਦੇ ਲੋਕ ਮੈਨੂੰ ਇਸ ਵਾਰੀ ਸੇਵਾ ਕਰਨ ਦਾ ਮੌਕਾ ਦੇਣਗੇ। ਸੋ ਹਲਕਾ ਰਾਏਕੋਟ ਦੇ ਲੋਕਾਂ ਨੂੰ ਮੈਨੂੰ ਤੇ ਵੈਸੇ ਅੱਜ ਖੁਸ਼ੀ ਹੋਈ ਹੈ ਕਿ ਮੈਂ ਇੱਕ ਚੰਗੇ ਬ੍ਰੇਨ ਦੇ ਨਾਲ ਇੱਕ ਉਹ ਡਿਸਕਸ਼ਨ ਕੀਤੀ ਹੈ ਜਿਹੜੀ ਕਿ ਚਾਹ ਚੱਟ ਮੀਡੀਆ ਤੋਂ ਕਾਫੀ ਦੂਰ ਰਹੀ ਹੈ। ਇਹ ਮੇਰਾ ਦਾ ਨਿੱਜੀ ਮੰਨਣਾ ਹੈ। ਤੇ ਜੁਝਾਰ ਟਾਈਮ ਹਾਲਾਂਕਿ ਕੋਈ ਵੀ ਮੀਡੀਆ ਖਾਸ ਕਰ ਇੰਡੀਆ ਵਿੱਚ ਇਹ ਡਿਕਲੇਅਰ ਨਹੀਂ ਕਰਦਾ ਕਿ ਉਹ ਕਿਸ ਪਾਰਟੀ ਨਾਲ ਖੜਾ ਹੈ। ਮੈਨੂੰ ਪਾਰਟੀ ਦਾ ਤਾਂ ਪਤਾ ਨਹੀਂ, ਪਰ ਅੱਜ ਜੁਝਾਰ ਟਾਈਮ ਕਮਲ ਅਮੀਰ ਸਿੰਘ ਨਾਲ ਜ਼ਰੂਰ ਖੜਾ ਹੈ। ਤੇ ਤੁਸੀਂ ਕੀ ਡਿਸੀਜਨ ਲੈਂਦੇ ਹੋ? ਕਿਉਂਕਿ ਜੇ ਭਵਿੱਖ ਬਚਾਉਣਾ ਹੈ ਤੇ ਇਹੋ ਜਿਹੇ ਦਿਮਾਗਾਂ ਨੂੰ ਅਗਰ ਤੁਹਾਨੂੰ ਮਿਲਿਆ ਤੇ ਤੁਸੀਂ ਇਹਨੂੰ ਪ੍ਰਸ਼ਾਦ ਸਮਝੋ ਤੇ ਤੁਸੀਂ ਇਸ ਵੀਡੀਓ ਥੱਲੇ ਕਮੈਂਟ ਵੀ ਕਰਿਓ। ਬੇਸ਼ੱਕ ਤੁਸੀਂ ਇਹ ਵੀ ਕਹਿ ਦਿਓ ਕਿ ਸ਼ਾਇਦ ਮੈਂ ਕੋਈ ਮਸਕਾ ਮਾਰਿਆ ਇਹਨਾਂ ਨੂੰ ਜਾਂ ਕੁਝ ਵੀ ਤੁਸੀਂ ਲਿਖਣਾ ਚਾਹੁੰਦੇ ਹੋ, ਬੇਬਾਕ ਹੋ ਕੇ ਥੱਲੇ ਜ਼ਰੂਰ ਲਿਖਿਓ ਤਾਂ ਕਿ ਜਦੋਂ ਇਸ ਹਲਕੇ ਦੀ ਅਸੀਂ ਸਾਰੇ ਕੈਂਡੀਡੇਟਾਂ ਦੀ ਡਿਬੇਟ ਰੱਖੀਏ ਉਹਦੇ ਵਿੱਚ ਤੁਹਾਡੇ ਵੱਲੋਂ ਕੀਤੇ ਗਏ ਚਾਹੇ ਜੁਝਾਰ ਟਾਈਮ ਨੂੰ ਕੁਐਸਚਨ ਹੋਣ ਤੇ ਚਾਹੇ ਕਮਲ ਅਮਰ ਸਿੰਘ ਜੀ ਨੂੰ ਹੋਣ, ਉਹ ਅਸੀਂ ਬੇਬਾਕੀ ਨਾਲ ਪੁੱਛਾਂਗੇ ਕਿਉਂਕਿ ਸਵਾਲ ਤੁਹਾਡੇ ਨੇ, ਜਵਾਬ ਇਹਨਾਂ ਦੇਣ ਦਾ ਫਰਜ਼ ਬਣਦਾ ਹੈ ਕਿਉਂਕਿ ਇਹ ਤੁਹਾਡੇ ਆਗੂ ਨੇ। ਸੋ ਜੁਝਾਰ ਟਾਈਮ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਤੇ ਲਾਸਟ ਤੇ ਬਹੁਤ ਬਹੁਤ ਧੰਨਵਾਦ ਜਿਹੜਾ ਸਮਾਂ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।